ਵਾਹਿਗੁਰੂ 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 ਵਾਹਿਗੁਰੂ। ਅਜੀਤ ਵੈਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧਮਧਾਨ ਸਾਹਿਬ, ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ। ਅੱਜ ਅਸੀਂ ਇੱਥੇ ਪ੍ਰਬੰਧਕਾਂ ਨਾਲ ਇਸ ਸਥਾਨ ਬਾਰੇ, ਇੱਥੋਂ ਦੀ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਲਵਾਂਗੇ ਤੇ ਆਪਾਂ ਗੱਲ ਕਰਦੇ ਹਾਂ ਇੱਥੋਂ ਦੇ ਪ੍ਰਬੰਧਕਾਂ ਨਾਲ ਅਤੇ ਹੈਡ ਗ੍ਰੰਥੀ ਸਾਹਿਬ ਨਾਲ। ਜੀ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਧਮਧਾਨ ਸਾਹਿਬ ਦਾ ਜੋ ਇਤਿਹਾਸ ਹੈ ਉਹਦੇ ਬਾਰੇ ਜਿਹੜੀ ਆਪਣੀ ਸੰਗਤਾਂ ਨੂੰ ਤੁਸੀਂ ਜਾਣਕਾਰੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਚਰਨਜੀਤ ਸਿੰਘ ਜੀ ਗੁਰਦੁਆਰਾ ਧਮਧਾਨ ਸਾਹਿਬ ਤੋਂ ਗ੍ਰੰਥੀ ਦੀ ਸੇਵਾ ਨਿਰੰਤਰ ਇਸ ਸਥਾਨ 'ਤੇ ਨਿਭਾ ਰਿਹਾ। ਇਸ ਪਾਵਨ ਸਥਾਨ ਦਾ ਜੋ ਇਤਿਹਾਸ ਹੈ, ਇਸ ਮੁਬਾਰਕ ਸਥਾਨ 'ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਰਾਂ ਨੇ 2 ਵਾਰ ਆਪਣੇ ਮੁਬਾਰਕ ਚਰਨ ਪਾਏ ਨੇ। ਇਤਿਹਾਸਿਕ ਹਵਾਲਿਆਂ ਮੁਤਾਬਕ ਈਸਵੀ ਸਨ 1665 ਦੇ ਅੰਦਰ ਪਹਿਲੀ ਵਾਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਸ ਵਕਤ ਪੂਰਬ ਦੇਸ਼ ਦਾ ਪ੍ਰਚਾਰ ਦੌਰਾ ਪ੍ਰਾਰੰਭ ਕੀਤਾ, ਪੂਰਬ ਦੇਸ਼ ਦੇ ਪ੍ਰਚਾਰ ਦੌਰੇ ਦੌਰਾਨ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਤੋਂ ਚਾਲੇ ਮਾਰੇ ਨੇ, ਜਿਸ ਦੌਰਾਨ ਸਤਿਗੁਰਾਂ ਜੀਆਂ ਨੇ ਵੱਖ-ਵੱਖ ਸਥਾਨਾਂ 'ਤੇ ਹੁੰਦੇ ਹੋਏ ਇਸ ਪਾਵਨ ਸਥਾਨ ਬਾਂਗਰ ਕੇ ਦੇਸ਼, ਉਸ ਵਕਤ ਇਸ ਸਥਾਨ ਦਾ ਨਾਮ ਹੈ, ਧਮਧਾਨ ਸਾਹਿਬ ਦੇ ਅੰਦਰ ਮੁਬਾਰਕ ਚਰਨ ਸਤਿਗੁਰਾਂ ਨੇ ਆਪਣੇ ਪਾਏ ਨੇ। ਜਿਸ ਵਕਤ ਸਤਿਗੁਰੂ ਇਸ ਸਥਾਨ 'ਤੇ ਆਏ ਨੇ, ਇਤਿਹਾਸ ਦੇ ਅੰਦਰ ਜੋ ਸਾਨੂੰ ਮਿਲਦਾ ਹੈ, ਪੋਠੋਹਾਰ ਅਤੇ ਹੋਰ ਦੂਰ ਦੁਰਾਡੇ ਦੀਆਂ ਸੰਗਤਾਂ ਨੇ ਇਸ ਸਥਾਨ 'ਤੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਦਾ ਇਕੱਠ ਸਤਿਗੁਰਾਂ ਦੇ ਪਾਸ ਇਸ ਸਥਾਨ 'ਤੇ ਪਹੁੰਚਿਆ। ਸਤਿਗੁਰਾਂ ਦੇ ਦਰਸ਼ਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਸਥਾਨ 'ਤੇ ਕੀਤੇ ਨੇ। ਸੋ ਨਿਰੰਤਰ ਕੁਝ ਇੱਕ ਮਹੀਨਿਆਂ ਦਾ ਸਮਾਂ, ਤਕਰੀਬਨ 3 ਕੁ ਮਹੀਨਿਆਂ ਦਾ ਸਮਾਂ ਜੋ ਇਤਿਹਾਸ ਵਿੱਚ ਆਉਂਦਾ ਹੈ, ਸਤਿਗੁਰਾਂ ਨੇ ਇਸ ਪਾਵਨ ਸਥਾਨ 'ਤੇ ਪਹਿਲੀ ਆਪਣੇ ਪ੍ਰਚਾਰ ਫੇਰੀ ਦੇ ਦੌਰਾਨ ਗੁਜ਼ਾਰਿਆ। ਇਸ ਸਥਾਨ ਤੋਂ ਫਿਰ ਸਤਿਗੁਰੂ ਆਪ ਅੱਗੇ ਆਗਰਾ, ਦਿੱਲੀ ਅਤੇ ਹੋਰ ਇਲਾਕਿਆਂ ਤੋਂ ਹੁੰਦੇ ਹੋਏ ਪੂਰਬ ਦੇਸ਼ ਦੇ ਪ੍ਰਚਾਰ ਦੌਰੇ 'ਤੇ ਨਿਕਲੇ ਨੇ। ਦੂਸਰੀ ਦਫਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਤਾਰੀਖ ਅੰਦਰ ਆਉਂਦਾ ਹੈ, ਸਨ 1675, ਜਿਸ ਵਕਤ ਸਤਿਗੁਰੂ ਜੀ ਦੀ ਸ਼ਹੀਦੀ ਹੁੰਦੀ ਹੈ, ਜਿਸ ਸੰਨ ਦੇ ਵਿੱਚ ਉਸ ਸਾਲ ਸਤਿਗੁਰੂ ਇਸ ਸਥਾਨ 'ਤੇ ਦੁਬਾਰਾ ਫਿਰ ਆਏ ਨੇ। ਸੋ ਇਹਨਾਂ ਸਮਿਆਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਸੀ ਸਤਿਗੁਰਾਂ ਦੇ ਪਾਵਨ ਦਰਸ਼ਨ ਕਰਨ ਦੇ ਲਈ ਇਸ ਸਥਾਨ 'ਤੇ ਪਹੁੰਚਦੀ ਰਹੀ ਹੈ। ਇਸ ਸਥਾਨ 'ਤੇ ਪਹਿਲੀ ਦਫਾ ਜਿਸ ਵਕਤ ਸਤਿਗੁਰੂ ਠਹਿਰੇ ਨੇ, ਇਸ ਇਲਾਕੇ ਦਾ ਜੋ ਨੰਬਰਦਾਰ ਭਾਈ ਦਗੋ, ਜਿਸ ਦਾ ਨਾਮ ਹੈ ਭਾਈ ਦਗੋ, ਜਿਸ ਦੀ ਅਗਵਾਈ ਹੇਠ ਵੱਡੀ ਸੰਗਤ ਇਸ ਸਥਾਨ 'ਤੇ ਜਿਹੜੀ ਪਹੁੰਚੀ ਹੈ, ਸੰਗਤ ਨੇ ਵੱਡੀ ਗਿਣਤੀ ਵਿੱਚ ਸਤਿਗੁਰਾਂ ਨੂੰ ਸੇਵਾ ਦੇ ਲਈ ਮਾਇਆ ਵੀ ਅਰਪਿਤ ਕੀਤੀ। ਸੋ ਉਹ ਸਾਰੀ ਜਿਹੜੀ ਮਾਇਆ ਸੀ ਉਹ ਇਕੱਤਰ ਕਰਕੇ ਸਤਿਗੁਰੂ ਜੀਆਂ ਨੇ ਇਸ ਸਥਾਨ 'ਤੇ ਸੇਵਾ ਦੇ ਲਈ ਭਾਈ ਦਗੋ ਦੇ ਸਪੁਰਦ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਸ ਮਾਇਆ ਨੂੰ ਧਰਮ ਅਰਥ ਖਰਚ ਕਰਕੇ ਇੱਥੇ ਇੱਕ ਸੁੰਦਰ ਧਰਮਸਾਲ ਬਣਵਾਓ, ਇੱਥੇ ਇੱਕ ਸੋਹਣਾ ਬਾਗ ਲਗਵਾਓ ਫਲਦਾਰ ਪੌਦਿਆਂ ਦਾ, ਅਤੇ ਇੱਥੇ ਇੱਕ ਪਾਣੀ ਦੀ ਵੱਡੀ ਕਿੱਲਤ ਹੋਣ ਕਰਕੇ ਉਹ ਜਿਹੜੀ ਕਮੀ ਹੈ ਉਹਨੂੰ ਪੂਰਾ ਕਰਨ ਦੇ ਲਈ ਠੰਡੇ ਮਿੱਠੇ ਜਲ ਦਾ ਇੱਕ ਖੂਹ ਵੀ ਹੈ, ਜਿਹੜਾ ਗੁਰੂ ਕਿੱਲਤ ਹੋਣ ਕਰਕੇ ਉਹ ਜਿਹੜੀ ਕਮੀ ਹੈ ਉਹਨੂੰ ਪੂਰਾ ਕਰਨ ਦੇ ਲਈ ਠੰਡੇ ਮਿੱਠੇ ਜਲ ਦਾ ਇੱਕ ਖੂਹ ਵੀ ਹੈ, ਜਿਹੜਾ ਗੁਰੂ ਹੁਕਮ ਅਨੁਸਾਰ ਲਗਵਾਇਆ ਜਾਵੇ। ਸੋ ਇਤਿਹਾਸ ਵਿੱਚ ਮਿਲਦਾ ਹੈ ਕਿ ਭਾਈ ਦਗੋ ਨੇ ਹੁਕਮ ਅਦੂਲੀ ਕੀਤੀ, ਸਤਿਗੁਰਾਂ ਦੇ ਜਿਹੜੇ ਵਚਨ ਨਹੀਂ ਮੰਨੇ ਸਨ। ਅਤੇ ਸਤਿਗੁਰੂ ਦੂਸਰੀ ਦਫਾ ਸਨ 1675 ਵਿੱਚ ਜਿਸ ਵਕਤ ਇਸ ਸਥਾਨ 'ਤੇ ਆਏ ਨੇ, ਤਾਂ ਸਤਿਗੁਰਾਂ ਨੇ ਇਸ ਸਥਾਨ ਦੀ ਸੇਵਾ ਆਪਣੇ ਇੱਕ ਅਨੰਨ ਪਿਆਰ ਵਾਲੇ ਸਿੱਖ ਭਾਈ ਰਾਮਦੇਵ ਜੀ, ਜਿਹੜੇ ਕਿ ਸਤਿਗੁਰਾਂ ਦੇ ਪਾਸ ਜਲ ਦੀ ਸੇਵਾ ਕਰਦੇ ਸਨ, ਨਿਰੰਤਰ ਜਿਸ ਵਕਤ ਸਤਿਗੁਰੂ ਇਸ ਸਥਾਨ 'ਤੇ ਠਹਿਰਦੇ ਸਨ ਅਤੇ ਦੂਰੋਂ ਜਲ ਲਿਆ ਕਰਕੇ ਸਤਿਗੁਰਾਂ ਦੀ ਸੇਵਾ ਵਿੱਚ ਛਿੜਕਿਆ ਕਰਦੇ ਸਨ। ਸਤਿਗੁਰਾਂ ਨੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਉਹਨਾਂ ਨੂੰ ਭਾਈ ਮੀਹਾਂ ਜੀ ਦਾ ਵਰ ਦਿੱਤਾ। ਭਾਈ ਮੀਹਾਂ ਜੀ ਤਾਂ ਇਹ ਇੱਕ ਪਦਵੀ ਬਖਸ਼ੀ ਗਈ ਹੈ, ਕਿਉਂਕਿ ਸਤਿਗੁਰੂ ਕਹਿੰਦੇ ਸਨ ਵੀ ਅਸੀਂ ਜਿਸ ਸਥਾਨ 'ਤੇ ਆਪਣੇ ਚਰਨ ਪਾਉਣੇ ਆ, ਤੁਸੀਂ ਸੇਵਾ ਕਰਕੇ ਉਸ ਸਥਾਨ 'ਤੇ ਪਹਿਲਾਂ ਜਲ ਦਾ ਮੀਂਹ ਵਰਸਾ ਦਿੰਦੇ ਹੋ, ਇਸ ਕਰਕੇ ਤੁਸੀਂ ਗੁਰੂ ਘਰ ਦੇ ਭਾਈ ਮੀਹਾਂ ਹੋ। ਸੋ ਸਤਿਗੁਰੂ ਜਿਸ ਵਕਤ ਦੂਸਰੀ ਦਫਾ ਇਸ ਸਥਾਨ 'ਤੇ ਆਏ ਨੇ, ਅਤੇ ਦੂਸਰੀ ਦਫਾ ਇਸ ਸਥਾਨ ਦੀ ਸੇਵਾ ਭਾਈ ਮੀਹਾਂ ਜੀ ਨੂੰ ਦਿੱਤੀ ਗਈ ਹੈ। ਭਾਈ ਮੀਹਾਂ ਜੀ ਨੇ ਨਿਰੰਤਰ ਇਸ ਸਥਾਨ ਦੀ ਜਿਹੜੀ ਸੇਵਾ ਹੈ ਉਹ ਜਾਰੀ ਰੱਖੀ, ਜਿਹੜੀ ਕਿ ਅੱਜ ਤੱਕ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਹੈ, ਨਿਰੰਤਰ ਚੱਲ ਰਹੀ ਹੈ। ਭਾਈ ਮੀਹਾਂ ਜੀ ਨੇ ਇਸ ਸਥਾਨ ਦੀ ਸੇਵਾ ਨਿਭਾਈ। ਇੱਕ ਦੱਖਣੀ ਬੈਲ, ਇੱਕ ਨਗਾਰਾ, ਇੱਕ ਝੰਡਾ ਸਤਿਗੁਰਾਂ ਨੇ ਭਾਈ ਮੀਹਾਂ ਜੀ ਨੂੰ ਬਖਸ਼ਿਆ, ਅਤੇ ਇਸ ਸਥਾਨ ਵਿੱਚ ਪ੍ਰਚਾਰ ਅਤੇ ਪ੍ਰਸਾਰ ਹਿੱਤ ਗੁਰਸਿੱਖੀ ਦੇ ਭਾਈ ਮੀਹਾਂ ਜੀ ਦੀ ਜਿਹੜੀ ਡਿਊਟੀ ਲਾਈ ਹੈ। ਉਸ ਤੋਂ ਬਾਅਦ ਨਿਰੰਤਰ ਅੱਗੇ ਸੀਨੇ ਬਸੀਨੇ ਜਿਵੇਂ ਗੁਰੂ ਕੇ ਸਿੱਖ ਅੱਗੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ ਨੇ, ਉਹ ਸਾਰਾ ਉਸੇ ਤਰ੍ਹਾਂ ਫਿਰ ਅੱਗੇ ਚੱਲਦਾ ਰਿਹਾ।
ਇਤਿਹਾਸ ਮੁਤਾਬਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਣੇ ਗਾਤਰੇ ਦੀ ਸ਼੍ਰੀ ਸਾਹਿਬ ਜਿਹੜੀ ਹੈ ਉਹ ਸੰਗਤ ਦਰਸ਼ਨਾਂ ਦੇ ਲਈ ਸਾਡੇ ਪਾਸ ਅਜੇ ਵੀ ਮੌਜੂਦ ਹੈ। ਮਹਾਰਾਜ ਸਾਹਿਬ ਜੀ ਨੇ ਇੱਥੇ ਬਖਸ਼ੀ ਹੈ। ਉਸ ਤੋਂ ਬਾਅਦ ਜਿਹੜੇ ਵੀ ਸਿੰਘ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਰਹੇ ਜਾਂ ਜੰਗੀ ਦੌਰਾਂ ਦੇ ਵਿੱਚ ਜਿਹੜੇ ਸਿੰਘ ਲੜਾਕੂ ਜੁਝਾਰੂ ਸਿੰਘ ਜਿਹੜੇ ਲੜਦੇ ਸਨ, ਕਿਉਂਕਿ ਪੁਰਾਣੇ ਸਮੇਂ 'ਚ ਇੱਕ ਮੁੱਖ ਕੇਂਦਰ ਰਿਹਾ ਤਕਰੀਬਨ ਰਾਜੇ ਮਹਾਰਾਜੇ ਆਪਣੇ ਵੇਲੇ, ਜਿਵੇਂ ਜ਼ਿਕਰ ਆਉਂਦਾ ਮਹਾਰਾਜਾ ਪਟਿਆਲਾ ਕਰਮ ਸਿੰਘ ਪਟਿਆਲਾ, ਬਾਬਾ ਆਲਾ ਸਿੰਘ, ਹੋਰ ਰਾਜੇ ਮਹਾਰਾਜੇ ਵੀ ਇਸ ਸਥਾਨ 'ਤੇ ਆਉਂਦੇ ਰਹੇ ਨੇ। ਸੋ ਉਹਨਾਂ ਵੇਲਿਆਂ ਦੇ ਦੌਰਾਨ ਜਿਹੜੇ ਸਿੰਘ ਜੰਗੀ ਪੱਧਰ 'ਤੇ ਲੜ ਰਹੇ ਸਨ, ਉਹਨਾਂ ਦੇ ਕੁਝ ਇਤਿਹਾਸਿਕ ਸ਼ਸਤਰ ਜਿਹੜੇ ਉਹ ਵੀ ਇਸ ਸਥਾਨ 'ਤੇ ਸਾਡੇ ਪਾਸ ਮੌਜੂਦ ਨੇ, ਸੰਗਤ ਦਰਸ਼ਨਾਂ ਦੇ ਲਈ ਅਸੀਂ ਰੱਖੇ ਹੋਏ ਨੇ। ਹੋਰ ਵਿਦਵਾਨ ਸਿੱਖ ਜਿਹੜੇ ਇਸ ਸਥਾਨ 'ਤੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬੈਠਦੇ ਹੁੰਦੇ ਸਨ, ਉਹਨਾਂ ਦੁਆਰਾ ਲਿਖੀਆਂ ਹੋਈਆਂ ਲਿਖਤਾਂ, ਕੁਝ ਇਤਿਹਾਸਿਕ ਪੋਥੀਆਂ, ਇਤਿਹਾਸਿਕ ਗ੍ਰੰਥ ਉਹ ਵੀ ਇਸ ਸਥਾਨ 'ਤੇ ਸਾਡੇ ਪਾਸ ਮੌਜੂਦ ਨੇ। ਬਾਬਾ ਜੀ, ਜਿਹੜਾ ਇਹ ਗੁਰੂ ਸਾਹਿਬ ਇੱਥੇ ਆਏ ਸੀ, ਉਹਨਾਂ ਵੱਲੋਂ ਕੋਈ ਇਸ ਸਥਾਨ ਨੂੰ ਕੋਈ ਵਰ ਵੀ ਦਿੱਤਾ ਗਿਆ ਹੈ ਜਾਂ ਤੇ ਇਸ ਸਥਾਨ ਪ੍ਰਤੀ ਲੋਕਾਂ 'ਚ ਕਿੰਨੀ ਕੁ ਸ਼ਰਧਾ ਹੈ ਜੀ? ਜਿਸ ਵਕਤ ਮਹਾਰਾਜ ਸਾਹਿਬ ਇਸ ਸਥਾਨ 'ਤੇ ਆਏ ਨੇ ਉਸ ਵਕਤ ਤਾਂ ਕੇਵਲ ਇੰਨਾ ਮਿਲਦਾ ਵੀ ਸੰਗਤ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਆਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਹੋਰਾਂ ਦੇ ਵੇਲੇ ਸਤਿਗੁਰਾਂ ਨੇ ਆਪਣੇ ਪਾਵਨ ਮੁਖ ਤੋਂ ਇਸ ਸਥਾਨ ਨੂੰ ਇੱਕ ਵਰ ਬਖਸ਼ਿਆ। ਉਹ ਇਹ ਹੈ ਕਿ ਜੋ ਵੀ ਸੰਗਤ ਸੱਚਖੰਡ ਨਾਂਦੇੜ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਏਗੀ, ਪ੍ਰਥਮ ਇਸ ਪਾਵਨ ਸਥਾਨ, ਕਿਉਂਕਿ ਇਸ ਸਥਾਨ ਨੂੰ ਗੁਰੂ ਕੀ ਦਿਉੜੀ ਦਾ ਵਰ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਆਪਣੇ ਪਾਵਨ ਮੁਖ ਤੋਂ, ਉਹ ਇਸ ਸਥਾਨ ਦੇ ਦਰਸ਼ਨ ਕਰਕੇ ਜੇਕਰ ਜਾਏਗੀ ਤਾਂ ਉਹਨਾਂ ਦੀ ਜਿਹੜੀ ਯਾਤਰਾ ਹੈ ਉਹ ਤਾਂ ਸਫਲੀ ਮੰਨੀ ਜਾਏਗੀ। ਸੋ ਉਸ ਚੀਜ਼ ਨੂੰ ਮੁੱਖ ਰੱਖਦਿਆਂ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਹਜੂਰ ਸਾਹਿਬ ਜਾਣ ਵਾਲੀ ਜਿਹੜੀ ਸੰਗਤ ਹੈ ਉਹ ਇਸ ਸਥਾਨ 'ਤੇ ਨਤਮਸਤਕ ਹੋ ਕਰਕੇ ਫਿਰ ਆਪਣੀ ਯਾਤਰਾ ਪ੍ਰਾਰੰਭ ਕਰਦੀ ਹੈ। ਇਸ ਪਾਵਨ ਸਥਾਨ 'ਤੇ ਸਭ ਤੋਂ ਵੱਡੀ ਗਿਣਤੀ ਵਿੱਚ ਤਾਂ ਇੱਥੇ ਸੰਗਤਾਂ ਵੱਲੋਂ ਮੱਸਿਆ ਦਾ ਪੁਰਬ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ। ਮੱਸਿਆ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਸੰਗਤਾਂ ਹੋਮ ਆ ਕੇ ਇਸ ਸਥਾਨ ਦੇ ਪਾਵਨ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ ਮੱਸਿਆ ਵਾਲੇ ਦਿਨ। ਇਸ ਤੋਂ ਬਾਅਦ ਇਸ ਸਥਾਨ 'ਤੇ ਸਤਿਗੁਰੂ ਜੀਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਪਾਵਨ ਸ਼ਹੀਦੀ ਜਿਹੜੀ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਹੋਈ ਹੈ, ਉਸ ਦਿਨ ਨੂੰ ਮੁੱਖ ਰੱਖ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਥਾਨ 'ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ। ਨਗਰ ਕੀਰਤਨ ਵੀ ਕੱਢੇ ਜਾਂਦੇ ਨੇ, ਗੁਰਮਤਿ ਸਮਾਗਮ, ਅੰਮ੍ਰਿਤ ਸੰਚਾਰ ਵੀ ਇਸ ਸਥਾਨ 'ਤੇ ਹੁੰਦਾ ਹੈ। ਇਸ ਤੋਂ ਬਾਅਦ ਇਸ ਸਥਾਨ 'ਤੇ ਇਹਨਾਂ ਬਾਂਗਰ ਕੇ ਦੇਸ਼ ਦੀ ਜਿਹੜੀ ਸੰਗਤ, ਹਰਿਆਣਵੀ ਜਿਹੜੀ ਸੰਗਤ ਹੈ, ਉਹ ਸੰਗਤ ਇੱਕ ਦੁਸਹਿਰਾ ਅਤੇ ਇੱਕ ਹੋਲਾ ਮਹੱਲਾ ਵੱਡੀ ਗਿਣਤੀ ਦੇ ਵਿੱਚ ਹਰਿਆਣਵੀ ਸੰਗਤ ਇਸ ਸਥਾਨ 'ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਸਾਡੇ ਧਾਰਮਿਕ ਪੁਰਬ ਨੇ, ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੇ, ਜੋਤੀ ਜੋਤ ਪੁਰਬ ਨੇ, ਉਹਨਾਂ ਦਿਨਾਂ 'ਤੇ ਵੀ ਵਿਸ਼ੇਸ਼ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਇਸ ਸਥਾਨ 'ਤੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੁੰਦੀ ਹੈ। ਬਾਬਾ ਜੀ, ਇਸ ਤਰ੍ਹਾਂ ਤੁਸੀਂ ਦੱਸਿਆ ਵੀ ਗੁਰੂ ਸਾਹਿਬ ਨੇ ਡਿਉੜੀ ਦਾ ਵਰ ਦਿੱਤਾ ਹੈ ਇਸ ਸਥਾਨ ਨੂੰ, ਅਤੇ ਸਰਕਾਰ ਵੱਲੋਂ ਜਿਹੜੇ ਹਜੂਰ ਸਾਹਿਬ ਜਿਹੜੀ ਟ੍ਰੇਨ ਚੱਲਦੀ ਹੈ ਉਹਦਾ ਵੀ ਕੋਈ ਸਟੋਪੇਜ ਇੱਥੇ ਹੈ ਜਾਂ ਕੋਈ ਇੱਥੇ ਰੁਕਦੀ ਹੈ ਟ੍ਰੇਨ, ਅਤੇ ਸੰਗਤਾਂ ਕਿਹੋ ਜਿਹੀਆਂ ਮੰਗ ਕਰਦੀਆਂ ਨੇ ਜੀ? ਵੇਖੋ ਜੀ, ਇਸ ਸਥਾਨ 'ਤੇ ਗੁਰੂ ਸਾਹਿਬ ਦਾ ਵਰ ਹੈ ਕਿ ਇਹ ਗੁਰੂ ਘਰ ਦੀ ਦਿਉੜੀ ਹੈ, ਲੇਕਿਨ ਜਿਹੜੀ ਸਰਕਾਰ ਵੱਲੋਂ ਇਸ ਸਥਾਨ ਤੋਂ ਹੋ ਕੇ ਟ੍ਰੇਨ ਗੁਜ਼ਰਦੀ ਹੈ, ਸ਼੍ਰੀ ਗੰਗਾ ਨਗਰ ਤੋਂ ਨਾਂਦੇੜ ਸਾਹਿਬ ਜਾਂਦੀ ਹੈ, ਉਹਦਾ ਇਸ ਸਥਾਨ ਨਗਰ ਧਮਧਾਨ ਸਾਹਿਬ ਵਿੱਚ ਸਟੋਪੇਜ ਨਹੀਂ ਹੈ। ਪ੍ਰਬੰਧਕਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪ੍ਰਧਾਨ ਸਾਹਿਬ ਵੱਲੋਂ ਕਾਫੀ ਕੋਸ਼ਿਸ਼ ਇਸ ਚੀਜ਼ ਦੇ ਉੱਪਰ ਕੀਤੀ ਜਾ ਰਹੀ ਹੈ ਕਿ ਉਸ ਟ੍ਰੇਨ ਦਾ ਜਿਹੜਾ ਸਟੋਪੇਜ ਹੈ ਉਹ ਇਸ ਨਗਰ ਦੇ ਵਿੱਚ ਲਿਆ ਜਾਵੇ, ਲੇਕਿਨ ਅਜੇ ਤੱਕ ਸਾਡੀ ਸਰਕਾਰ ਵੱਲੋਂ ਇਸ ਚੀਜ਼ ਦੇ ਉੱਪਰ ਕੋਈ ਵੱਡਾ ਹੁੰਗਾਰਾ ਨਹੀਂ ਭਰਿਆ ਗਿਆ। ਕੋਸ਼ਿਸ਼ ਚੱਲ ਰਹੀ ਹੈ, ਲੇਕਿਨ ਉਹ ਟ੍ਰੇਨ ਇੱਥੋਂ ਤਕਰੀਬਨ 30 ਕੁ ਕਿਲੋਮੀਟਰ ਦੀ ਦੂਰੀ 'ਤੇ ਜਾਖਲ ਰੁਕਦੀ ਹੈ, ਅਜੇ ਤੱਕ ਇਸ ਸਥਾਨ 'ਤੇ ਉਹ ਟ੍ਰੇਨ ਨਹੀਂ ਰੁਕਦੀ। ਅਤੇ ਜਿਹੜਾ ਕਰੋਨਾ ਵਾਇਰਸ ਦਾ ਬਾਬਾ ਜੀ ਚੱਲ ਰਿਹਾ ਪ੍ਰਭਾਵ, ਅਤੇ ਸੰਗਤਾਂ ਇੱਥੇ ਆ ਰਹੀਆਂ ਨੇ, ਉਹਦੇ ਬਚਾਅ ਲਈ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ? ਵੇਖੋ ਜੀ, ਮੌਜੂਦਾ ਸਮੇਂ ਦੇ ਅੰਦਰ ਜੋ ਹਾਲਾਤ ਚੱਲ ਰਹੇ ਨੇ, ਕਰੋਨਾ ਵਾਇਰਸ ਦਾ ਬੜਾ ਵੱਡਾ ਪ੍ਰਕੋਪ ਚੱਲ ਰਿਹਾ ਸਮੁੱਚੇ ਸੰਸਾਰ ਦੇ ਵਿੱਚ, ਉਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜੀ ਸਾਡੀ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਸਥਾ ਦੇ ਪ੍ਰਧਾਨ ਮਾਨਯੋਗ ਪ੍ਰਧਾਨ ਗੋਬਿੰਦ ਸਿੰਘ ਜੀ ਲੰਗੋਵਾਲ, ਉਹਨਾਂ ਵੱਲੋਂ ਸਖਤੀ ਨਾਲ ਇਹ ਹੁਕਮ ਕੀਤੇ ਹੋਏ ਨੇ ਹਰ ਇੱਕ ਸਥਾਨ ਦੇ ਪ੍ਰਬੰਧਕ ਮੈਨੇਜਰ ਸਾਹਿਬਾਨ ਨੂੰ, ਹੋਰ ਜਿੰਨੇ ਵੀ ਪ੍ਰਬੰਧਕ ਨੁਮਾਇੰਦੇ ਨੇ ਉਹਨਾਂ ਨੂੰ, ਕਿ ਇਸ ਮਹਾਂਮਾਰੀ ਨੂੰ ਮੁੱਖ ਰੱਖ ਕੇ ਵੱਡੇ ਪ੍ਰਬੰਧ ਕੀਤੇ ਜਾਣ, ਜਿਸ ਦੇ ਦੌਰਾਨ ਜਿੰਨੀ ਵੀ ਇੱਥੇ ਸੰਗਤ ਨੇਤਾ ਪ੍ਰਤ ਨਤਮਸਤਕ ਹੋਣ ਦੇ ਲਈ ਆਉਂਦੀ ਹੈ, ਉਹਨਾਂ ਦੀ ਸਭ ਤੋਂ ਪਹਿਲਾਂ ਤਾਂ ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ ਕਿ ਸੰਗਤ ਦੇ ਅੰਦਰ ਘੱਟੋ ਘੱਟ 2 ਮੀਟਰ ਦਾ ਜਿਹੜਾ ਦੂਰੀ ਹੈ ਉਹ ਅਸੀਂ ਬਣਾ ਕੇ ਰੱਖਦੇ ਹਾਂ। ਉਸ ਤੋਂ ਇਲਾਵਾ ਸੰਗਤ ਦੇ ਜਿਹੜੇ ਹੱਥ ਨੇ ਉਹਨਾਂ ਨੂੰ ਧੋਣ ਦੇ ਲਈ, ਸੈਨੀਟਾਈਜ਼ਰ ਕਰਨ ਦੇ ਲਈ, ਹੋਰ ਜਿੰਨੇ ਵੀ ਪੁਖਤਾ ਪ੍ਰਬੰਧ ਨੇ ਮਹਾਂਮਾਰੀ ਦੇ ਇਸ ਰੋਗ ਨੂੰ ਰੋਕਣ ਦੇ ਲਈ, ਜਿਹੜੇ ਕਿ ਮੈਡੀਕਲ ਹਦਾਇਤਾਂ ਜਿਹੜੀਆਂ ਸਾਡੇ ਪਾਸ ਆਈਆਂ ਨੇ, ਕਿਉਂਕਿ ਇਹ ਇੱਕ ਵੱਡਾ ਸਥਾਨ ਹੈ, ਇੱਥੇ ਵੱਡੇ ਇਕੱਠ ਹੁੰਦੇ ਨੇ, ਗੁਰੂ ਕੇ ਲੰਗਰਾਂ ਦੇ ਅੰਦਰ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ, ਉਹ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਾਡੇ ਪਾਸ ਹਦਾਇਤ ਆਉਂਦੀ ਹੈ, ਸਾਡੇ ਮੈਨੇਜਰ ਸਾਹਿਬਾਨ ਬੜੀ ਸਖਤੀ ਦੇ ਨਾਲ ਉਹਨਾਂ ਨੂੰ ਇੱਥੇ ਲਾਗੂ ਕਰਕੇ ਅਤੇ ਸੰਗਤ ਦੇ ਵਿੱਚ ਅਸੀਂ ਉਹ ਚੀਜ਼ ਦੀ ਬੜੀ ਪਾਲਣਾ ਕਰ ਰਹੇ ਹਾਂ।
ਤੇ ਇੱਕ ਬਾਬਾ ਜੀ ਜਿਵੇਂ 2 ਮਹੀਨੇ ਪਿੱਛੇ ਲੋਕਡਾਊਨ ਰਿਹਾ ਤੇ ਇਸ ਗੁਰੂ ਘਰ ਤੋਂ ਕੋਈ ਜਿਹੜੇ ਜ਼ਰੂਰਤਮੰਦ ਪਰਿਵਾਰ ਸੀ ਤੇ ਉਹਨਾਂ ਨੂੰ ਕੋਈ ਰਾਸ਼ਨ ਵੀ ਤੁਸੀਂ ਇੱਥੋਂ ਦਿੱਤਾ ਹੈ ਲੋਕਾਂ ਨੂੰ? ਹਾਂ, ਦੇਖੋ ਜੀ, ਇਹ ਅਸਥਾਨ ਇਲਾਕੇ ਦੇ ਵਿੱਚ ਬੜਾ ਮੰਨਿਆ ਪ੍ਰਮੰਨਿਆ ਸਥਾਨ ਹੈ। ਬੜੀ ਆਸਾ ਮਨਸਾ ਹੈ ਸਥਾਨ 'ਤੇ ਲੋਕਾਂ ਦੀ। ਤਕਰੀਬਨ 22 ਮਾਰਚ ਨੂੰ ਆਪਣਾ ਲੋਕਡਾਊਨ ਹੋਇਆ ਸੀ। ਉਸ ਸਮੇਂ ਤੋਂ ਲੈ ਕਰਕੇ ਹੁਣ ਦੇ ਸਮੇਂ ਤੱਕ ਨਿਰੰਤਰ ਇਸ ਸਥਾਨ 'ਤੇ ਇਹ ਸੇਵਾ ਚੱਲ ਰਹੀ ਹੈ। ਜੋ ਵੀ ਕੋਈ ਲੋੜਵੰਦ ਆਉਂਦਾ ਹੈ ਉਹਦੇ ਤਾਈਂ ਰਸਤ ਵਸਤ, ਸੁੱਕੀ ਰਸਤ ਵਸਤ, ਜਾਂ ਕਿਸੇ ਨੂੰ ਕਿਸੇ ਇਲਾਕੇ ਦੇ ਵਿੱਚ ਕੋਈ ਗਰੀਬ ਪਰਿਵਾਰਾਂ ਨੂੰ ਲੰਗਰ ਦੀ ਲੋੜ ਹੈ ਤਾਂ ਸਾਡੇ ਪ੍ਰਬੰਧਕ ਸਾਹਿਬਾਨ, ਮੈਨੇਜਰ ਸਾਹਿਬਾਨ ਉਸ ਚੀਜ਼ ਦੀ ਪੁਖਤਾ ਆਪ ਜਾਣਕਾਰੀ ਲੈ ਕਰਕੇ ਉੱਥੇ ਉਹ ਬਣਦੀ ਜਿਹੜੀ ਵੀ ਲੋੜ ਹੈ ਉਹਨੂੰ ਪੂਰੀ ਕਰਨ ਦੇ ਲਈ ਦਿਨ ਰਾਤ ਇਸ ਸਥਾਨ 'ਤੇ ਸੇਵਾ ਚੱਲ ਰਹੀ ਹੈ, ਕਿਉਂਕਿ ਇਸ ਸਥਾਨ 'ਤੇ ਸੰਗਤਾਂ ਦਾ ਭਾਰੀ ਇੱਕ ਵਿਸ਼ਵਾਸ ਹੈ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੋਗਿੰਦਰ ਸਿੰਘ, ਹੈੱਡ ਗ੍ਰੰਥੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੰਨ ਸਾਹਿਬ, ਇੱਥੇ ਸੇਵਾ ਨਿਭਾ ਰਿਹਾ ਹਾਂ। ਸੋ ਇਹ ਜੋ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੈ, ਲਗਭਗ 3 ਮਹੀਨੇ ਇਸ ਨੂੰ ਹੋ ਚੱਲੇ ਹਨ। ਸੋ ਇਸ ਨੂੰ ਮੁੱਖ ਰੱਖਦੇ ਹੋਏ, ਇਸ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਇਸ ਪਾਵਨ ਪਵਿੱਤਰ ਸਥਾਨ 'ਤੇ ਜਿਹੜੇ ਬਣਦੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਮੈਨੇਜਰ ਸਾਹਿਬ ਸਰਦਾਰ ਜਗਪਾਲ ਸਿੰਘ ਜੀ ਅਤੇ ਹੋਰ ਪ੍ਰਬੰਧਕਾਂ ਵੱਲੋਂ ਇੱਥੇ ਜਿਵੇਂ ਵੀ ਹਦਾਇਤਾਂ ਆਉਂਦੀਆਂ ਹਨ ਮੈਡੀਕਲ ਦੀਆਂ, ਉਹ ਸਾਰੀਆਂ ਸੰਪੂਰਨ ਕੀਤੀਆਂ ਜਾਂਦੀਆਂ ਹਨ। ਜਿਵੇਂ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣਾ ਅਤੇ ਹੱਥ ਧੋਣ ਵਾਸਤੇ ਸੈਨੀਟਾਈਜ਼ਰ ਦਾ ਪ੍ਰਬੰਧ ਕਰਨਾ ਅਤੇ ਹੋਰ ਸੰਗਤਾਂ ਨੂੰ ਵੀ ਪ੍ਰੇਰਿਤ ਕਰਨਾ ਕਿ ਆਪਣਾ ਡਿਸਟੈਂਸਿੰਗ ਬਣਾ ਕੇ ਰੱਖੋ। ਅਸੀਂ ਵਾਰ-ਵਾਰ ਪ੍ਰੇਰਿਤ ਕਰਦੇ ਹਾਂ ਅਤੇ ਨਾਲ ਹੀ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, 1-2 ਮਸ਼ੀਨਾਂ ਅਸੀਂ ਲਾ ਦਿੱਤੀਆਂ ਹਨ ਸੈਨੀਟਾਈਜ਼ਰ ਵਾਲੀਆਂ, ਅਤੇ 1-2 ਅਸੀਂ ਲਾਉਣ ਜਾ ਰਹੇ ਹਾਂ, ਅਤੇ ਸਾਰੇ ਪ੍ਰਬੰਧ ਅਸੀਂ ਪੁਖਤਾ ਹੋਰ ਵੀ ਕਰ ਰਹੇ ਹਾਂ। ਅਤੇ ਲਗਾਤਾਰ ਇਹੋ ਹੀ ਕੋਸ਼ਿਸ਼ ਚੱਲ ਰਹੀ ਹੈ ਕਿ ਇਸ ਮਹਾਮਾਰੀ ਤੋਂ ਸੰਗਤ ਨੂੰ ਬਚਾਉਣ ਲਈ ਅਤੇ ਹੋਰ ਪਬਲਿਕ ਨੂੰ ਬਚਾਉਣ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਜਾਣ। ਸੰਗਤਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਇਹ ਮਹਾਮਾਰੀ ਹੈ ਇਹ ਕਿਸੇ ਧਰਮ, ਨਸਲ ਜਾਂ ਜਾਤ ਨੂੰ ਨਹੀਂ ਦੇਖਦੀ। ਸੋ ਇਸ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਆਪਣੇ ਆਪ ਦਾ ਬਚਾਅ ਕਰੋ ਅਤੇ ਆਪਣੇ ਪਰਿਵਾਰ ਦਾ ਬਚਾਅ ਕਰੋ। ਅਤੇ ਧਰਮ ਦਾ ਅਸੀਂ ਆਸਰਾ ਲੈਂਦੇ ਹਾਂ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਮੈਂ ਪਾਵਨ ਪਵਿੱਤਰ ਸਥਾਨ ਦਾ ਸੇਵਾਦਾਰ ਹੋਣ ਦੇ ਨਾਤੇ ਇਹ ਕਹਿੰਦਾ ਹਾਂ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ। ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ, ਸ੍ਰੀ ਆਸਾ ਜੀ ਦੀ ਵਾਰ ਦੀ ਬਾਣੀ ਹੈ ਅਤੇ ਹੋਰ ਬਹੁਤ ਸਾਰੀਆਂ ਬਾਣੀਆਂ ਹਨ। ਜਿਹੜੀ ਸੰਗਤ ਸ੍ਰੀ ਸਹਿਜ ਪਾਠ ਸਾਹਿਬ ਕਰਨਾ ਜਾਣਦੀ ਹੈ ਉਹ ਸ੍ਰੀ ਸਹਿਜ ਪਾਠ ਸਾਹਿਬ ਕਰਨ। ਇਹੋ ਹੀ ਸਾਡੇ ਕੋਲ ਜਿਹੜਾ ਇੰਤਜ਼ਾਮ ਹੈ ਇਸ ਵੇਲੇ ਦਾ ਅਸੀਂ ਕਰ ਸਕਦੇ ਹਾਂ ਧਰਮ ਦਾ ਆਸਰਾ ਲੈ ਕੇ। ਸੋ ਸਾਨੂੰ ਇਸ ਅਸਥਾਨ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਅਤੇ ਚਰਨਜੀਤ ਸਿੰਘ ਜੀ ਨੇ ਵਿਸਥਾਰ ਨਾਲ ਇਸ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਦੱਸਿਆ ਕਿ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਅਸਥਾਨ ਨੂੰ ਡਿਉਢੀ ਦਾ ਵਰ ਜਿਹੜਾ ਦਿੱਤਾ ਹੈ ਵੀ ਜੋ ਵੀ ਸੰਗਤ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਏਗੀ ਅਤੇ ਇਸ ਅਸਥਾਨ ਤੋਂ ਜਿਹੜਾ ਨਤਮਸਤਕ ਹੋਵੇ ਜਾਵੇ ਤਾਂ ਉਹਨਾਂ ਦੀ ਜਿਹੜੀ ਯਾਤਰਾ ਉਹ ਸਫਲ ਮੰਨੀ ਜਾਂਦੀ ਹੈ। ਸਾਰਾ ਇਹਨਾਂ ਨੇ ਤੁਹਾਨੂੰ ਦੱਸਿਆ ਹੈ ਅਤੇ ਇਹਨਾਂ ਨੇ ਇੱਕ ਮੰਗ ਵੀ ਕੀਤੀ ਹੈ, ਜੋ ਗੰਗਾ ਨਗਰ ਤੋਂ ਹਜ਼ੂਰ ਸਾਹਿਬ ਲਈ ਜਿਹੜੀ ਟ੍ਰੇਨ ਜਾਂਦੀ ਹੈ ਉਹਦਾ ਇਸ ਪਾਵਨ ਅਸਥਾਨ 'ਤੇ ਜਿਹੜਾ ਸਟੋਪੇਜ ਨਹੀਂ ਹੈ। ਇਹਨਾਂ ਨੇ ਇਹ ਮੰਗ ਵੀ ਕੀਤੀ ਹੈ ਅਤੇ ਸਰਕਾਰ ਨੂੰ ਇਸ ਮੰਗ ਦਾ ਧਿਆਨ ਰੱਖ ਕੇ ਇਸ ਮੰਗ ਨੂੰ ਪੂਰਾ ਜਿਹੜਾ ਉਹ ਕਰਨਾ ਚਾਹੀਦਾ ਹੈ। ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।